Attention Outlook। ਪ੍ਰਮਾਤਮਾ ਦੀ ਮਿਹਰ ਸਦਕਾ ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਅਖੀਰਲੀ ਯਾਨੀ 24ਵੀਂ ਅਸ਼ਟਪਦੀ ਤੇ ਪਹੁੰਚ ਗਏ ਹਾਂ। ਉਸ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਕਿ ਆਪਣੇ ਬੱਚਿਆਂ ਤੇ ਆਪਣੀ ਇਹ ਮਿਹਰ ਇਸੇ ਪ੍ਰਕਾਰ ਹੀ ਬਣਾਈ ਰੱਖਣ ਤਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਰਥਾਂ ਨੂੰ ਧੁਰ ਤੋਂ ਲੈ ਕੇ ਧੁਰ ਤੱਕ ਸਮਝ ਸਕੀਏ। ਸਾਨੂੰ ਬਾਣੀ ਦੇ ਨਾਲ ਜੁੜੇ ਰਹਿਣ ਦਾ ਬਲ ਬਖਸ਼ਿਆ ਰਹੇ ਉਸ ਪ੍ਰਮਾਤਮਾ ਦੇ ਵੱਲੋਂ, ਜੋ ਕਿ ਸੰਪੂਰਨ ਹੈ, ਮੁਕੰਮਲ ਹੈ, ਵਡਮੁੱਲਾ ਹੈ। ਆਓ ਸ਼ੁਰੂਆਤ ਕਰੀਏ। ਸ਼ਲੋਕ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪ੍ਰਮਾਤਮਾ ਜੋ ਮੁਕੰਮਲ ਹੈ ਤੇ ਜਿਸ ਦਾ ਨਾਮ ਵੀ ਮੁਕੰਮਲ ਹੈ, ਨਾਮ ਵੀ ਸੰਪੂਰਨ ਹੈ, ਪੂਰਾ ਜਾਕਾ ਨਾਮ। ਜਿਸ ਮਨੁੱਖ ਨੇ ਉਸ ਪ੍ਰਮਾਤਮਾ ਨੂੰ ਸਿਮਰਿਆ ਹੈ, ਆਰਾਧਿਆ ਹੈ, ਹੇ ਨਾਨਕ, ਉਸ ਮਨੁੱਖ ਨੇ ਉਸ ਸੰਪੂਰਨ ਪ੍ਰਮਾਤਮਾ ਨੂੰ ਪਾ ਲਿਆ ਹੈ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੋ ਇਸ ਕਰਕੇ ਤੁਸੀਂ ਵੀ ਉਸ ਸੰਪੂਰਨ ਪ੍ਰਮਾਤਮਾ ਦੇ ਗੁਣ ਗਾਓ। ਸੋ ਪ੍ਰਮਾਤਮਾ ਦੀ ਵਡਮੁੱਲਤਾ ਦੱਸਦੇ ਹੋਏ ਗੁਰੂ ਜੀ ਸਾਨੂੰ ਉਸ ਪ੍ਰਮਾਤਮਾ ਦੇ ਗੁਣ ਗਾਉਣ ਦੀ ਹਦਾਇਤ ਕਰਦੇ ਹਨ। ਅਸ਼ਟਪਦੀ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਹੇ ਮੇਰੇ ਮਨ, ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਪੂਰੇ ਸਤਿਗੁਰੂ ਦਾ ਉਪਦੇਸ਼ ਸੁਣ ਤੇ ਉਸ ਪਾਰ ਬ੍ਰਹਮ ਪ੍ਰਮਾਤਮਾ ਨੂੰ ਨੇੜੇ ਜਾਣ ਕੇ ਵੇਖ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੁਆਰਾ ਲਿਖੀ ਗਈ ਬਾਣੀ ਦਰਜ ਹੈ। ਉਹ ਸਾਰੇ ਹੀ ਸਤਿਗੁਰੂ ਸਨ, ਸਾਰੇ ਹੀ ਗੁਰੂ ਸਨ ਸਾਡੇ ਲਈ। ਉਹਨਾਂ ਸਾਰਿਆਂ ਦੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਹਨਾਂ ਉਪਦੇਸ਼ਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਵਾਕਿਆ ਹੀ ਮਹਿਸੂਸ ਕਰਦੇ ਹਾਂ ਕਿ ਪਾਰ ਬ੍ਰਹਮ ਪ੍ਰਮਾਤਮਾ ਦੇ ਜਿਵੇਂ ਨੇੜੇ ਚਲੇ ਗਏ ਹੋਈਏ। ਆਪਣੇ ਦਿਲ ਨੂੰ, ਆਪਣੇ ਮਨ ਨੂੰ ਉਸ ਪ੍ਰਮਾਤਮਾ ਦੇ ਨੇੜੇ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ। ਸੋ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਪਣੇ ਹਰ ਇੱਕ ਸਾਹ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰ ਤਾਂ ਜੋ ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਹੇ ਮਨ, ਨਿਤ ਨਾ ਰਹਿਣ ਵਾਲੀਆਂ ਜਾਣੀ ਕਿ ਅਨਿਤ, ਅਨਿਤ ਤੋਂ ਭਾਵ ਉਹ ਵਸਤੂ ਜਾਂ ਉਹ ਵਰਤਾਰਾ ਜਿਹੜਾ ਸਦਾ ਕਾਇਮ ਨਹੀਂ ਰਹਿਣਾ। ਸੋ ਆਸ ਅਨਿਤ ਤਿਆਗੋ ਤਰੰਗ, ਤੇਰੇ ਮਨ ਦੇ ਵਿੱਚ ਜੋ ਨਾਸਵੰਤ ਚੀਜ਼ਾਂ ਦੀਆਂ ਆਸਾਂ ਦੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਹਨਾਂ ਨੂੰ ਤਿਆਗ। ਨਾਸਵੰਤ ਚੀਜ਼ਾਂ ਦੀ ਬਜਾਏ ਸੰਤ ਜਨਾਂ ਦੇ ਪੈਰਾਂ ਦੀ ਧੂੜ ਮੰਗ। ਆਪ ਛੋੜ ਬੇਨਤੀ ਕਰੋ, ਆਪਾ ਭਾਵ ਛੱਡ ਕੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਅੱਗੇ ਨਿਸ਼ਾਵਰ ਕਰਕੇ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ। ਸਾਧ ਸੰਗ ਅਗਨ ਸਾਗਰ ਤਰੋ। ਤੇ ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਰਹਿ ਕੇ ਵਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਓ। ਹਰ ਧਨ ਕੇ ਭਰ ਲੇਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਹੇ ਨਾਨਕ, ਪ੍ਰਭੂ ਨਾਮ ਰੂਪੀ ਧਨ ਦੇ ਖਜ਼ਾਨੇ ਭਰ ਲੈ ਤੇ ਪੂਰੇ ਸਤਿਗੁਰੂ ਨੂੰ ਸਦਾ ਨਮਸਕਾਰ ਕਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਹੇ ਭਾਈ, ਸਾਧ ਸੰਗਤ ਦੇ ਵਿੱਚ ਜੁੜ ਕੇ ਪਰਮ ਸੁੱਖ ਦੇ ਖਜ਼ਾਨੇ ਉਸ ਪ੍ਰਮਾਤਮਾ ਦਾ ਭਜਨ ਕਰ, ਉਸ ਪ੍ਰਮਾਤਮਾ ਨੂੰ ਸਿਮਰ। ਇਸ ਪ੍ਰਕਾਰ ਤੇਰੇ ਜੀਵਨ ਦੇ ਵਿੱਚ ਖੇਮ ਭਾਵ ਕਿ ਅਟੱਲ ਸੁੱਖ, ਕੁਸ਼ਲ ਭਾਵ ਸੁੱਖ ਸਾਂਦ ਤੇ ਸਹਿਜ ਆਨੰਦ ਭਾਵ ਆਤਮਿਕ ਅਡੋਲਤਾ ਦਾ ਆਨੰਦ, ਇਹ ਸਾਰੇ ਹੀ ਤੇਰੇ ਜੀਵਨ ਦੇ ਵਿੱਚ ਆ ਜਾਣਗੇ
ਜਦ ਤੂੰ ਸਾਧ ਸੰਗਤ ਦੇ ਵਿੱਚ ਜੁੜ ਕੇ ਪਰਮ ਸੁਖ ਪ੍ਰਭੂ ਨੂੰ ਸਿਮਰੇਂਗਾ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਗੋਬਿੰਦ ਦੇ ਗੁਣ ਗਾ, ਉਸ ਪਰਮਾਤਮਾ ਦੇ ਗੁਣ ਗਾ, ਉਹਦੇ ਗੁਣਾ ਰੂਪ ਅੰਮ੍ਰਿਤ ਦਾ ਰਸ ਪੀ ਤੇ ਇਸ ਪ੍ਰਕਾਰ ਆਪਣੇ ਜੀਵਨ ਦੇ ਵਿੱਚੋਂ ਨਰਕਾਂ ਨੂੰ ਦੂਰ ਕਰ ਤੇ ਆਪਣੀ ਜਿੰਦ ਨੂੰ ਬਚਾ ਲੈ। ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਆਪਣੇ ਮਨ ਦੇ ਵਿੱਚ ਉਸ ਇੱਕ ਨਾਰਾਇਣ ਪਰਮਾਤਮਾ ਦਾ ਧਿਆਨ ਧਰ, ਉਸ ਇੱਕ ਪਰਮਾਤਮਾ ਨੂੰ ਚਿਤਵ, ਜਿਹਦਾ ਰੂਪ ਇੱਕ ਹੈ ਪਰ ਜਿਹਦੇ ਰੰਗ ਅਨੇਕ ਹਨ। ਉਹ ਪਰਮਾਤਮਾ ਇੱਕ ਹੈ, ਉਸ ਪਰਮਾਤਮਾ ਦੀਆਂ ਰਚੀਆਂ ਹੋਈਆਂ ਖੇਡਾਂ ਦੇਖੋ ਕਿੰਨੀਆਂ ਜ਼ਿਆਦਾ ਨੇ। ਆਪਣੇ ਆਸ-ਪਾਸ ਅਸੀਂ ਝਾਤੀ ਮਾਰੀਏ, ਆਪਣੇ ਆਪ 'ਤੇ ਝਾਤੀ ਮਾਰੀਏ, ਆਪਣੇ ਅੰਦਰ ਝਾਤੀ ਮਾਰੀਏ, ਕੀ ਕੁਝ ਉਸ ਪਰਮਾਤਮਾ ਨੇ ਬਣਾ ਦਿੱਤਾ ਹੈ। ਉਹ ਆਪ ਇੱਕ ਹੈ ਪਰ ਉਹਨੇ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਹੀ ਕੁਝ ਬਣਾ ਦਿੱਤਾ ਹੈ। ਸੋ ਜਿਸ ਪਰਮਾਤਮਾ ਨੇ ਇਹ ਸਭ ਕੁਝ ਬਣਾਇਆ ਹੈ, ਉਸ ਇੱਕ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਚਿਤਵੋ। ਗੋਪਾਲ ਦਮੋਦਰ ਦੀਨ ਦਇਆਲ, ਦੁੱਖ ਭੰਜਨ ਪੂਰਨ ਕਿਰਪਾਲ। ਉਹ ਪਰਮਾਤਮਾ ਜੋ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ ਹੈ, ਗੋਪਾਲ ਹੈ, ਦਮੋਦਰ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸੰਪੂਰਨ ਹੈ ਤੇ ਕਿਰਪਾ ਦਾ ਘਰ ਹੈ। ਸਿਮਰ ਸਿਮਰ ਨਾਮ ਬਾਰੰਬਾਰ। ਉਸ ਪਰਮਾਤਮਾ ਦਾ ਨਾਮ ਮੁੜ ਮੁੜ ਯਾਦ ਕਰ। ਨਾਨਕ ਜੀ ਕਾ ਇਹ ਹੈ ਆਧਾਰ। ਹੇ ਨਾਨਕ, ਸਾਡੀ ਜ਼ਿੰਦਗੀ ਦਾ ਅਸਲੀ ਆਸਰਾ ਪਰਮਾਤਮਾ ਦਾ ਨਾਮ ਹੀ ਹੈ, ਪਰ ਅਸੀਂ ਨਾਸਵੰਤ ਚੀਜ਼ਾਂ ਨੂੰ ਹੀ ਆਪਣੀ ਜਿੰਦ ਦਾ ਆਸਰਾ ਸਮਝ ਬੈਠਦੇ ਹਾਂ। ਉੱਤਮ ਸਲੋਕ ਸਾਧ ਕੇ ਬਚਨ, ਅਮੂਲਿਕ ਲਾਲ ਇਹ ਰਤਨ। ਸਾਧ ਯਾਨੀ ਕਿ ਗੁਰੂ ਦੇ ਬਚਨ ਸਭ ਤੋਂ ਉੱਤਮ ਸ਼ਲੋਕ ਹਨ, ਸਭ ਤੋਂ ਚੰਗੀ ਸਿਫਤ ਸਲਾਹ ਦੀ ਬਾਣੀ ਹੈ। ਇਹ ਤੇ ਅਮੋਲਕ ਲਾਲ ਹਨ, ਅਮੋਲਕ ਰਤਨ ਹਨ। ਅਜਿਹੇ ਅਮੁੱਲੇ ਹਨ ਸਾਧ ਦੇ ਬਚਨ ਕਿ ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਇਹਨਾਂ ਬਚਨਾਂ ਨੂੰ ਸੁਣਿਆ ਤੇ ਕਮਾਇਆ ਬੇੜਾ ਪਾਰ ਹੁੰਦਾ ਹੈ, ਸਾਡੇ ਜੀਵਨ ਦਾ ਉਧਾਰ ਹੁੰਦਾ ਹੈ। ਗੁਰੂ ਦੇ ਬਚਨਾਂ ਨੂੰ ਸੁਣ ਕੇ ਤੇ ਸਮਝ ਕੇ ਮਨੁੱਖ ਆਪਣੇ ਆਮ ਜੀਵਨ ਦੀਆਂ ਕਠਿਨਾਈਆਂ ਤੋਂ ਉੱਪਰ ਉੱਠ ਜਾਂਦਾ ਹੈ। ਆਮ ਤੌਰ ਤੇ ਅਸੀਂ ਦੁਨਿਆਵੀ ਜੀਵਨ ਦੀਆਂ ਕਠਿਨਾਈਆਂ ਦੇ ਸਮੁੰਦਰ ਦੇ ਵਿੱਚ ਗੋਤੇ ਖਾ ਰਹੇ ਹੁੰਦੇ ਹਾਂ, ਡੂੰਘੇ ਡੁੱਬੇ ਫਿਰਦੇ ਹਾਂ। ਕਈ ਲੋਕ ਨਾਸਵੰਤ ਚੀਜ਼ਾਂ ਦੇ ਮੋਹ ਦੇ ਵਿੱਚ ਬਹੁਤ ਜ਼ਿਆਦਾ ਡੂੰਘੇ ਡੁੱਬੇ ਹੋਏ ਹਨ, ਕਈ ਘੱਟ ਡੂੰਘੇ ਡੁੱਬੇ ਹੋਏ ਹਨ, ਪਰ ਹਰ ਕੋਈ ਡੁੱਬਿਆ ਹੋਇਆ ਹੈ। ਪਰ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸੁਣਦੇ ਹਾਂ, ਸਮਝਦੇ ਹਾਂ, ਆਪਣੇ ਆਪ ਦੇ ਉੱਪਰ ਲਾਗੂ ਕਰਦੇ ਹਾਂ, ਤਾਂ ਇਸ ਸਮੁੰਦਰ ਦੇ ਵਿੱਚੋਂ ਅਸੀਂ ਬਾਹਰ ਨਿਕਲ ਆਉਂਦੇ ਹਾਂ। ਜਦ ਤੱਕ ਅਸੀਂ ਕਠਿਨਾਈਆਂ ਦੇ ਇਸ ਸਮੁੰਦਰ ਦੇ ਵਿੱਚ ਫਸੇ ਹੋਏ ਹਾਂ, ਸਾਡੇ ਲਈ ਸਾਹ ਲੈਣਾ ਬੜਾ ਔਖਾ ਹੈ। ਜੇਕਰ ਅਸੀਂ ਪਾਣੀ ਦੇ ਅੰਦਰ ਹੋਈਏ ਤਾਂ ਸਾਡੇ ਲਈ ਸਾਹ ਲੈਣਾ ਬੜਾ ਔਖਾ ਹੋ ਜਾਂਦਾ ਹੈ। ਆਪਣੇ ਜੀਵਨ ਨੂੰ ਬਚਾਉਣ ਦੇ ਲਈ ਸਾਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ। ਪਰ ਜਦੋਂ ਹੀ ਅਸੀਂ ਪਾਣੀ ਤੋਂ ਬਾਹਰ ਆ ਜਾਈਏ, ਅਸੀਂ ਹਵਾ ਦੇ ਵਿੱਚ ਆ ਜਾਈਏ, ਧਰਤੀ ਦੇ ਉੱਪਰ ਆ ਜਾਈਏ, ਤਾਂ ਆਪਣੇ ਜੀਵਨ ਨੂੰ ਨਿਰੰਤਰ ਰੱਖਣ ਦੇ ਲਈ, ਭਾਵ ਸਾਹ ਲੈਣ ਦੇ ਲਈ ਸਾਨੂੰ ਮੁਸ਼ੱਕਤ ਨਹੀਂ ਕਰਨੀ ਪੈਂਦੀ। ਇਸੇ ਪ੍ਰਕਾਰ ਹੀ ਸਾਡਾ ਮਨ ਹੈ, ਸਾਡਾ ਮਾਨਸਿਕ ਆਤਮਿਕ ਜੀਵਨ ਹੈ, ਜਿਹੜਾ ਕਿ ਵਿਕਾਰਾਂ ਅਤੇ ਮੋਹ ਆਦਿਕ ਦੇ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ ਹੈ। ਇਸੇ ਲਈ ਹੀ ਸਾਨੂੰ ਸ਼ਾਂਤ ਰਹਿਣ ਦੇ ਲਈ, ਆਪਣੇ ਮਨ ਨੂੰ ਥਾਵੇਂ ਰੱਖਣ ਦੇ ਲਈ, ਚਿੰਤਾਵਾਂ ਤੋਂ ਮੁਕਤ ਰੱਖਣ ਦੇ ਲਈ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ। ਪਰ ਜੇਕਰ ਅਸੀਂ ਵਿਕਾਰਾਂ ਅਤੇ ਮੋਹ ਦੇ ਇਸ ਸਮੁੰਦਰ ਦੇ ਵਿੱਚੋਂ ਆਪਣੇ ਮਨ ਨੂੰ ਬਾਹਰ ਕੱਢ ਲਈਏ
ਤਾਂ ਉਹ ਮੁਸ਼ੱਕਤ ਕਰਨ ਦੀ ਲੋੜ ਨਹੀਂ ਪੈਂਦੀ। ਸਾਡਾ ਮਨ ਹਮੇਸ਼ਾ ਹੀ ਆਨੰਦਮਈ ਹਾਲਾਤ ਦੇ ਵਿੱਚ ਰਹਿੰਦਾ ਹੈ ਤੇ ਇਸ ਗਹਿਰੇ ਸਮੁੰਦਰ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਾਡੀ ਮਦਦ ਕਰਦੇ ਹਨ ਸਾਧ ਕੇ ਬਚਨ, ਗੁਰੂ ਦੇ ਬਚਨ, ਗੁਰੂ ਦੀ ਬਾਣੀ। ਜਦੋਂ ਅਸੀਂ ਇੱਕ ਵਾਰ ਗੁਰੂ ਦੀ ਬਾਣੀ ਨੂੰ ਸਮਝ ਲਈਏ, ਅਸੀਂ ਆਪਣਾ ਤੇ ਉਧਾਰ ਕਰ ਹੀ ਲੈਂਦੇ ਹਾਂ, ਨਾਲ ਹੋਰਨਾਂ ਲੋਕਾਂ ਦਾ ਵੀ ਨਿਸਤਾਰਾ ਕਰਦੇ ਹਾਂ, ਉਹਨਾਂ ਨੂੰ ਵੀ ਇਸ ਸਮੁੰਦਰ ਚੋਂ ਬਾਹਰ ਕੱਢ ਲੈਂਦੇ ਹਾਂ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਜਿਨ੍ਹਾਂ ਦੇ ਮਨ ਨੂੰ ਪ੍ਰਭੂ ਪ੍ਰੇਮ ਦਾ ਰੰਗ ਲੱਗਿਆ ਹੁੰਦਾ ਹੈ, ਉਹਨਾਂ ਦਾ ਖੁਦ ਦਾ ਜੀਵਨ ਵੀ ਸਫਲ ਹੈ ਤੇ ਉਹਨਾਂ ਦਾ ਸਾਥ ਵੀ ਸਫਲ ਹੈ। ਪ੍ਰਮਾਤਮਾ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਜੁੜੀ ਹੋਈ ਹੈ, ਉਹ ਆਪਣਾ ਜੀਵਨ ਤਾਂ ਸਫਲ ਕਰਦੇ ਹੀ ਹਨ। ਜਿਹੜੇ ਲੋਕ ਉਹਨਾਂ ਦਾ ਸੰਗ ਕਰਦੇ ਨੇ, ਉਹਨਾਂ ਲੋਕਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਉਹਨਾਂ ਦੇ ਅੰਦਰ ਜੈ ਜੈਕਾਰ ਚੱਲਦੀ ਰਹਿੰਦੀ ਹੈ। ਜੈ ਜੈਕਾਰ ਦਾ ਸ਼ਬਦ ਚੜ੍ਹਦੀਆਂ ਕਲਾਂ ਦੀ ਰੌਂ, ਅਨਾਹਦ ਭਾਵ ਲਗਾਤਾਰ ਇੱਕ ਰਸ ਵੱਜਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ। ਉਸ ਰੌਂ ਨੂੰ ਸੁਣ ਕੇ, ਉਸ ਜੈ ਜੈਕਾਰ ਨੂੰ ਸੁਣ ਕੇ ਉਹ ਮਨੁੱਖ ਆਨੰਦਿਤ ਹੋਏ ਰਹਿੰਦੇ ਹਨ। ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪ੍ਰਭੂ ਉਹਨਾਂ ਦੇ ਅੰਦਰ ਗੱਜ ਰਿਹਾ ਹੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੀ। ਮਹਾਂਤ ਤੋਂ ਭਾਵ ਉੱਚੀ ਕਰਨੀ ਵਾਲਾ ਮਨੁੱਖ। ਜੋ ਗੋਪਾਲ ਪ੍ਰਭੂ ਜੀ ਹਨ, ਉਹ ਉੱਚੀ ਕਰਨੀ ਵਾਲੇ ਮਨੁੱਖ ਦੇ ਮੱਥੇ ਉੱਪਰ ਪ੍ਰਗਟ ਹੁੰਦੇ ਹਨ। ਅਜਿਹੇ ਬੰਦੇ ਦੇ ਨਾਲ ਜੁੜ ਕੇ ਹੋਰ ਮਨੁੱਖ ਵੀ ਆਪਣੇ ਜੀਵਨ ਨੂੰ ਉਧਾਰ ਲੈਂਦੇ ਹਨ, ਆਪਣਾ ਬੇੜਾ ਪਾਰ ਲਾ ਲੈਂਦੇ ਹਨ। ਸ਼ਰਨ ਜੋਗ ਸੁਨ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਈ। ਸ਼ਰਨ ਜੋਗ ਤੋਂ ਭਾਵ ਜੋ ਦੂਜਿਆਂ ਨੂੰ ਸ਼ਰਨ ਦੇਣ ਦੇ ਯੋਗ ਹੋਵੇ, ਜੋ ਡਰੇ ਹੋਏ ਮਨੁੱਖਾਂ ਨੂੰ, ਡਰੇ ਹੋਏ ਜੀਵਾਂ ਨੂੰ ਆਸਰਾ ਦੇਣ ਦੇ ਯੋਗ ਹੋਵੇ। ਗੁਰੂ ਜੀ ਕਹਿੰਦੇ ਕਿ ਹੇ ਪ੍ਰਭੂ, ਅਸੀਂ ਇਹ ਸੁਣ ਕੇ ਕਿ ਤੂੰ ਸ਼ਰਨ ਜੋਗ ਹੈ, ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੇਰੇ ਦਰ ਤੇ ਆਏ ਹਾਂ। ਤੂੰ ਆਪਣੀ ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਤੂੰ ਸਾਨੂੰ ਅਜਿਹਾ ਆਪਣੇ ਨਾਲ ਮਿਲਾਇਆ ਕਿ ਸਾਡੇ ਸਾਰੇ ਹੀ ਵੈਰ ਮਿਟ ਗਏ, ਅਸੀਂ ਸਭਨਾਂ ਦੇ ਪੈਰਾਂ ਦੀ ਖਾਕ ਹੋ ਗਏ। ਹੁਣ ਅਸੀਂ ਸਾਧ ਸੰਗਤ ਦੇ ਵਿੱਚ ਜੁੜ ਕੇ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ। ਸਾਡੀ ਖੁਸ਼ਕਿਸਮਤੀ ਹੈ ਕਿ ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਸਾਡੇ ਤੇ ਗੁਰੂ ਦੇਵ ਜੀ ਖੁਸ਼ ਹੋ ਗਏ ਹਨ, ਤਰੁੱਠ ਪਏ ਹਨ। ਇਸ ਵਾਸਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ। ਆਲ ਜੰਜਾਲ ਵਿਕਾਰ ਤੇ ਰਹਤੇ, RAM ਨਾਮ ਸੁਨ ਰਸਨਾ ਕਹਤੇ। ਹੁਣ ਅਸੀਂ ਘਰ ਦੇ ਧੰਦਿਆਂ ਅਤੇ ਵਿਕਾਰਾਂ ਤੋਂ ਬਚ ਗਏ ਹਾਂ। ਪ੍ਰਭੂ ਦਾ ਨਾਮ ਸੁਣ ਕੇ ਅਸੀਂ ਜੀਵ ਦੇ ਨਾਲ ਉਚਾਰਦੇ ਵੀ ਹਾਂ। RAM ਨਾਮ ਸੁਨ ਰਸਨਾ ਕਹਤੇ, ਕਿ RAM ਨਾਮ ਅਸੀਂ ਸੁਣਦੇ ਵੀ ਹਾਂ ਤੇ ਆਪਣੀ ਰਸਨਾ ਦੇ ਨਾਲ ਕਹਿੰਦੇ ਵੀ ਹਾਂ, ਉਚਾਰਦੇ ਵੀ ਹਾਂ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ। ਪ੍ਰਮਾਤਮਾ ਨੇ ਸਾਡੇ ਉੱਪਰ ਕਿਰਪਾ ਕਰਕੇ ਸਾਡੇ ਤੇ ਦਇਆ ਧਾਰੀ ਹੈ, ਦਇਆ ਕੀਤੀ ਹੈ ਤੇ ਸਾਡਾ ਕੀਤਾ ਹੋਇਆ ਵਣਜ ਪ੍ਰਮਾਤਮਾ ਦੀ ਦਰਗਾਹ ਤੇ ਕਬੂਲ ਹੋ ਗਿਆ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਹੇ ਮੇਰੇ ਸੰਤ ਮਿੱਤਰ, ਸਾਵਧਾਨ ਹੋ ਕੇ, ਬੜੇ ਹੀ ਧਿਆਨ ਪੂਰਵਕ, ਇਕਾਗਰ ਚਿੱਤ ਹੋ ਕੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰ, ਉਸਤਤ ਕਰ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ। ਗੋਬਿੰਦ ਪਰਮਾਤਮਾ ਦਾ ਗੁਣਗਾਨ ਕਰਨਾ, ਗੋਬਿੰਦ ਪਰਮਾਤਮਾ ਦਾ
ਨਾਮ ਜੋ ਹੈ ਉਹ ਸੁਖਮਨੀ ਜਾਣੀ ਕਿ ਸੁੱਖਾਂ ਦੀ ਮਣੀ ਵੀ ਹੈ ਅਤੇ ਸਹਿਜ ਜਾਣੀ ਕਿ ਅਡੋਲ ਅਵਸਥਾ ਬਖਸ਼ਣ ਵਾਲਾ ਵੀ ਹੈ। ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹ ਮਨੁੱਖ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ। ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਰਬ ਇੱਛਾ ਦੇ ਬਾਰੇ ਵਿੱਚ ਬਹੁਤ ਵਾਰ ਆਪਾਂ ਪੜ੍ਹ ਚੁੱਕੇ ਹਾਂ ਤੇ ਹਰ ਵਾਰ ਕੋਸ਼ਿਸ਼ ਕੀਤੀ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ। ਅੱਜ ਫਿਰ ਇੱਕ ਕੋਸ਼ਿਸ਼ ਕਰਦੇ ਹਾਂ। ਸਰਬ ਇੱਛਾ ਪੂਰਨ ਹੋਣ ਤੋਂ ਭਾਵ ਇਹ ਨਹੀਂ ਕਿ ਉਸ ਮਨੁੱਖ ਨੂੰ ਜੋ ਕੁਝ ਉਹ ਚਾਹੁੰਦਾ ਸੀ ਉਹ ਸਭ ਕੁਝ ਮਿਲ ਗਿਆ। ਇਹ ਨਹੀਂ ਹੈ ਕਿ ਪ੍ਰਮਾਤਮਾ ਦਾ ਨਾਮ ਤੁਹਾਡੇ ਮਨ ਦੇ ਵਿੱਚ ਵਸ ਗਿਆ ਤੇ ਜੋ ਦੁਨਿਆਵੀ ਨਾਸਵੰਤ ਵਸਤੂਆਂ ਦੀ ਤੁਸੀਂ ਇੱਛਾ ਕਰਦੇ ਸੀ ਉਹ ਸਾਰੀਆਂ ਹੀ ਤੁਹਾਨੂੰ ਮਿਲ ਜਾਣਗੀਆਂ। ਸਰਬ ਇੱਛਾ ਸੰਪੂਰਨ ਹੋਣ ਤੋਂ ਭਾਵ ਹੈ ਕਿ ਉਹ ਇੱਛਾਵਾਂ ਖਤਮ ਹੋ ਜਾਂਦੀਆਂ ਨੇ। ਉਹ ਦੁਨਿਆਵੀ ਨਾਸਵੰਤ ਚੀਜ਼ਾਂ ਦੀਆਂ ਜੋ ਇੱਛਾਵਾਂ ਨੇ ਉਹ ਰਹਿੰਦੀਆਂ ਹੀ ਨਹੀਂ। ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਿਆ ਉਹਨੂੰ ਨਾਸਵੰਤ ਚੀਜ਼ਾਂ ਦੇ ਨਾਲ ਕੋਈ ਮਤਲਬ ਰਹਿ ਹੀ ਨਹੀਂ ਜਾਂਦਾ। ਉਹਦੀ ਜੀਵਨ ਕਲਾ ਹੀ ਵੱਖਰੀ ਹੋ ਜਾਂਦੀ ਹੈ। ਜੀਵਨ ਜਿਉਣ ਦਾ ਤਰੀਕਾ ਹੀ ਵੱਖਰਾ ਹੋ ਜਾਂਦਾ ਹੈ। ਜੀਵਨ ਦੇ ਪ੍ਰਤੀ ਉਹਦਾ ਨਜ਼ਰੀਆ ਹੀ ਵੱਖਰਾ ਹੋ ਜਾਂਦਾ ਹੈ। ਸੋ ਸਰਵ ਇੱਛਾ ਪੂਰਨ ਤੋਂ ਭਾਵ ਇਹ ਨਹੀਂ ਸਮਝਣਾ ਕਿ ਜੋ ਅਸੀਂ ਦੁਨਿਆਵੀ ਇੱਛਾਵਾਂ ਆਪਣੇ ਦਿਲ ਵਿੱਚ ਪਾਲੀ ਬੈਠੇ ਹਾਂ ਪ੍ਰਮਾਤਮਾ ਦਾ ਨਾਮ ਮਨ ਦੇ ਵਿੱਚ ਵਸਿਆ ਉਹ ਸੰਪੂਰਨ ਹੋ ਜਾਣਗੀਆਂ। ਜੇਕਰ ਤੁਸੀਂ ਇਸ ਖਿਆਲ ਨੂੰ ਲੈ ਕੇ ਚੱਲੋਗੇ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਇਸ ਕਰਕੇ ਨਹੀਂ ਜਪੋਗੇ ਕਿ ਤੁਹਾਨੂੰ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ। ਤੁਸੀਂ ਇਸ ਕਰਕੇ ਜਪੋਗੇ ਕਿ ਤੁਹਾਨੂੰ ਆਪਣੀਆਂ ਇੱਛਾਵਾਂ ਦੀ ਪੂਰਤੀ ਦਾ ਲਾਲਚ ਹੈ। ਸੋ ਜੇਕਰ ਇਹ ਗੱਲ ਹੈ ਤਾਂ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਤੁਹਾਡੇ ਅੰਦਰ ਵਸ ਹੀ ਨਹੀਂ ਪਾਏਗਾ, ਕਿਉਂਕਿ ਤੁਸੀਂ ਪਲ ਪਲ ਪ੍ਰਮਾਤਮਾ ਦੇ ਨਾਮ ਜਪਣ ਦੀ ਪੂਰੀ ਪ੍ਰਕਿਰਿਆ ਤੇ ਕਸੌਟੀ ਲਾ ਕੇ ਵੇਖੋਗੇ ਕਿ ਮੈਨੂੰ ਇੰਨਾ ਸਮਾਂ ਹੋ ਗਿਆ ਨਾਮ ਜਪਦੇ ਨੂੰ ਤੇ ਮੇਰੀ ਇਹ ਇੱਛਾ ਤੇ ਹਾਲੇ ਪੂਰਨ ਹੋਈ ਨਹੀਂ। ਜਦੋਂ ਇਸ ਪ੍ਰਕਾਰ ਦੀ ਕਸੌਟੀ ਤੁਸੀਂ ਲਾਉਣ ਲੱਗੇ ਪ੍ਰਮਾਤਮਾ ਦੇ ਨਾਲ ਕਦੇ ਪ੍ਰੇਮ ਨਹੀਂ ਪਾ ਪਾਓਗੇ, ਉਹ ਰਿਸ਼ਤਾ ਹੀ ਨਹੀਂ ਜੁੜੇਗਾ। ਪਰ ਜੇਕਰ ਤੁਸੀਂ ਆਪਣੀਆਂ ਦੁਨਿਆਵੀ ਇੱਛਾਵਾਂ ਨੂੰ ਪਾਸੇ ਰੱਖ ਕੇ ਇਸ ਕਰਕੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਿਉਂਕਿ ਤੁਸੀਂ ਉਹਦੀ ਵਡਮੁੱਲਤਾ ਨੂੰ ਪਛਾਣਦੇ ਹੋ, ਕਿਉਂਕਿ ਤੁਸੀਂ ਮੰਨਦੇ ਹੋ ਕਿ ਉਸ ਪ੍ਰਮਾਤਮਾ ਨੇ ਇੰਨੀ ਵਿਸ਼ਾਲ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਜਿਹਦੇ ਵਿੱਚ ਕਿ ਇੰਨੇ ਗੁੰਝਲਦਾਰ ਜੀਵ ਵਸਦੇ ਨੇ। ਇਸ ਗੱਲ ਕਰਕੇ ਤੁਸੀਂ ਉਸ ਪ੍ਰਮਾਤਮਾ ਨੂੰ ਜੇਕਰ ਪ੍ਰੇਮ ਕਰੋ ਆਪਣੀਆਂ ਇੱਛਾਵਾਂ ਨੂੰ ਪਾਸੇ ਰੱਖ ਕੇ ਤਾਂ ਇੱਕ ਸਮੇਂ ਤੇ ਆ ਕੇ ਤੁਹਾਡੇ ਮਨ ਦੀਆਂ ਜੋ ਨਾਸਵੰਤ ਵਸਤਾਂ ਦੇ ਲਈ ਇੱਛਾਵਾਂ ਸਨ ਉਹ ਖਤਮ ਹੋ ਜਾਣਗੀਆਂ। ਇਹੀ ਇੱਛਾਵਾਂ ਦੀ ਪੂਰਤੀ ਹੈ। ਉਹਨਾਂ ਇੱਛਾਵਾਂ ਦਾ ਨਾ ਰਹਿ ਜਾਣਾ ਹੀ ਉਹਨਾਂ ਇੱਛਾਵਾਂ ਦੀ ਪੂਰਤੀ ਹੈ। ਸੋ ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਉਹ ਮਨੁੱਖ ਪ੍ਰਧਾਨ ਪੁਰਖ ਹੋ ਜਾਂਦਾ ਹੈ, ਸਾਰੇ ਜਗਤ ਦੇ ਵਿੱਚ ਉੱਘਾ ਹੋ ਜਾਂਦਾ ਹੈ। ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੈ ਆਵਨ ਜਾਨ। ਹੁਣ ਜਦੋਂ ਮਨ ਦੇ ਵਿੱਚ ਨਾਸਵੰਤ ਵਸਤਾਂ ਦੀਆਂ ਇੱਛਾਵਾਂ ਨਹੀਂ ਰਹਿ ਜਾਂਦੀਆਂ ਤਾਂ ਨਾ ਹੀ ਤੇ ਕਿਸੇ ਵਸਤੂ ਦੇ ਮਿਲਣ ਤੇ ਖੁਸ਼ੀ ਹੁੰਦੀ ਹੈ, ਨਾ ਹੀ ਕਿਸੇ ਵਸਤੂ ਦੇ ਖੁੱਸਣ ਤੇ ਦੁੱਖ ਹੁੰਦਾ ਹੈ, ਨਾ ਹੀ ਆਉਣ ਹੁੰਦਾ ਹੈ, ਨਾ ਹੀ ਜਾਣ ਹੁੰਦਾ ਹੈ। ਉਹ ਮਨੁੱਖ ਉੱਚਾ ਅਸਥਾਨ ਪ੍ਰਾਪਤ ਕਰ ਲੈਂਦਾ ਹੈ, ਆਤਮਿਕ ਅਡੋਲਤਾ ਵਾਲਾ ਟਿਕਾਣਾ ਹਾਸਲ ਕਰ ਲੈਂਦਾ ਹੈ। ਉਹਦਾ ਆਵਣ ਜਾਣ ਨਹੀਂ ਹੁੰਦਾ, ਜਨਮ ਮਰਨ ਦਾ ਗੇੜ ਉਹਨੂੰ ਫਿਰ ਨਹੀਂ ਵਿਆਪਦਾ। ਹਰ ਧਨ ਖਾਟ ਚੱਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਹੇ ਨਾਨਕ, ਉਹ ਮਨੁੱਖ ਹੀ ਪ੍ਰਭੂ ਦਾ ਨਾਮ ਰੂਪੀ ਧਨ ਖੱਟ ਕੇ ਇਸ ਜਗਤ ਤੋਂ ਜਾਂਦਾ ਹੈ ਜਿਸ ਨੂੰ ਧੁਰੋਂ ਹੀ ਇਹ ਦਾਤ ਮਿਲਦੀ ਹੈ। ਆਪਾਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਦੁਨੀਆ ਤੇ ਬਹੁਤ ਪ੍ਰਕਾਰ ਦੇ ਮਨੁੱਖ ਨੇ, ਹਰ ਇੱਕ ਦੀ ਆਪਣੀ ਸੋਚ ਹੈ, ਪਰ ਕਿਸ ਮਨੁੱਖ ਦੀ ਸੋਚ ਕਿਸ ਪ੍ਰਕਾਰ ਦੀ ਬਣਨੀ ਹੈ ਇਹ ਕਿਸੇ ਦੇ ਵੀ ਹੱਥ ਵੱਸ ਨਹੀਂ। ਇੱਕੋ ਜਿਹੀ ਪਰਵਰਿਸ਼ ਦੇ ਵਿੱਚ ਪਲੇ ਹੋਏ ਦੋ ਬੱਚੇ ਵੀ ਬਹੁਤ ਅਲੱਗ-ਅਲੱਗ ਰਸਤਿਆਂ ਤੇ ਆਪਣੇ ਜੀਵਨ ਦੇ ਵਿੱਚ ਨਿਕਲ ਜਾਂਦੇ ਹਨ। ਕੋਈ ਬਹੁਤ ਚੰਗੇ ਪਾਸੇ ਵੀ ਜਾ ਸਕਦਾ ਹੈ ਤੇ ਦੂਜਾ ਬਹੁਤ
ਮੰਦੇ ਪਾਸੇ ਵੀ ਜਾ ਸਕਦਾ ਹੈ। ਪ੍ਰਮਾਤਮਾ ਨੇ ਨਿਰਧਾਰਤ ਕੀਤਾ ਹੈ ਕਿ ਕਿਸ ਮਨੁੱਖ ਨੂੰ ਕਿਸ ਪ੍ਰਕਾਰ ਦੀ ਬੁੱਧੀ ਦੇਣੀ ਹੈ। ਬਹੁਤ ਵਾਰ ਅਸੀਂ ਅਜਿਹੇ ਮਨੁੱਖਾਂ ਨੂੰ ਮਿਲਦੇ ਹਾਂ ਜਿਨ੍ਹਾਂ ਨੂੰ ਅਸੀਂ ਸੌਖੇ ਤੋਂ ਸੌਖਾ ਕਨਸੈਪਟ ਵੀ ਸਮਝਾ ਨਹੀਂ ਪਾਉਂਦੇ, ਛੋਟੀ ਜੀ ਗੱਲ ਵੀ ਉਹਨਾਂ ਦੇ ਖਾਨੇ ਵਿੱਚ ਪਾ ਨਹੀਂ ਪਾਉਂਦੇ। ਅਜਿਹੀ ਗੱਲ ਜੋ ਸਾਡੇ ਲਈ ਜੱਗ ਜ਼ਾਹਰ ਹੈ ਪਰ ਉਹਨਾਂ ਦੇ ਸਮਝ ਦੇ ਵਿੱਚ ਨਹੀਂ ਆਉਂਦੀ। ਕਿਉਂ? ਕਿਉਂਕਿ ਪ੍ਰਮਾਤਮਾ ਨੇ ਉਹਨਾਂ ਨੂੰ ਉਸ ਪ੍ਰਕਾਰ ਦੀ ਹੀ ਬੁੱਧੀ ਬਖਸ਼ੀ ਹੈ। ਸੋ ਇਹ ਜੋ ਦਾਤ ਹੈ ਪ੍ਰਭੂ ਦਾ ਨਾਮ ਧਨ ਖੱਟਣ ਦੀ ਉੱਤਰੋਂ ਮਿਲਦੀ ਹੈ। ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ, ਮੈਂ ਇਸ ਵੀਡੀਓ ਨੂੰ ਬਣਾ ਰਿਹਾ ਹਾਂ। ਅਸੀਂ ਦੋਨੋਂ ਹੀ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ, ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਹਾਂ। ਇਸ ਕਰਕੇ ਨਹੀਂ ਕਿ ਅਸੀਂ ਚਾਹੁੰਦੇ ਸੀ ਜੁੜਨਾ, ਇਸ ਕਰਕੇ ਕਿ ਪ੍ਰਮਾਤਮਾ ਨੇ ਸਾਨੂੰ ਉਹ ਬੁੱਧੀ ਬਖਸ਼ੀ, ਪ੍ਰਮਾਤਮਾ ਨੇ ਸਾਡੇ ਲਈ ਨਿਰਧਾਰਤ ਕੀਤਾ ਕਿ ਅਸੀਂ ਇਹ ਕਾਰਜ ਕਰੀਏ। ਸੋ ਉਸ ਪ੍ਰਮਾਤਮਾ ਦੀ ਵਡਮੁੱਲਤਾ ਨੂੰ, ਉਹਦੀ ਰਜ਼ਾ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤਹਾਂ ਸਿੱਧ। ਇਹ ਵਾਲੀ ਜੋ ਪਦੀ ਹੈ, ਇਸ ਦੇ ਵਿੱਚ ਬਹੁਤ ਪ੍ਰਕਾਰ ਦੇ ਫਲਾਂ ਦੀ ਗੱਲ ਕੀਤੀ ਗਈ ਹੈ। ਉਹ ਫਲ ਜੋ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜੋ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਉਚਾਰਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦਾ ਹੈ। ਇਹ ਪਹਿਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਅਟਲ ਸੁਖ ਮਨ ਦਾ ਟਿਕਾਓ, ਰਿੱਧੀਆਂ ਨੌ ਖਜ਼ਾਨੇ, ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿੱਚ ਆ ਜਾਂਦੀਆਂ ਹਨ। ਇਸ ਤੋਂ ਇਲਾਵਾ ਵਿਦਿਆ, ਤਪ, ਜੋਗ, ਪ੍ਰਭ ਧਿਆਨ, ਗਿਆਨ ਸ੍ਰੇਸ਼ਟ, ਉੱਤਮ ਇਸ਼ਨਾਨ। ਵਿਦਿਆ, ਤਪ, ਜੋਗ, ਪ੍ਰਭੂ ਦਾ ਧਿਆਨ ਧਰਨ ਦੀ ਕਲਾ, ਸ੍ਰੇਸ਼ਟ ਗਿਆਨ ਤੇ ਚੰਗੇ ਤੋਂ ਚੰਗਾ ਇਸ਼ਨਾਨ ਭਾਵ ਕਿ ਤੀਰਥ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਚਾਰ ਪਦਾਰਥ ਜਾਣੀ ਧਰਮ, ਅਰਥ, ਕਾਮ, ਮੋਖ। ਇਹ ਚਾਰੋਂ ਪਦਾਰਥਾਂ ਦਾ ਫਲ ਵੀ ਮਿਲ ਜਾਂਦਾ ਹੈ। ਇਹਨਾਂ ਚਾਰ ਪਦਾਰਥਾਂ ਨੂੰ ਵਿਸਥਾਰ ਪੂਰਵਕ ਸਮਝਾਉਣ ਦੇ ਲਈ ਆਪਾਂ ਅਲੱਗ ਤੋਂ ਇੱਕ ਵੀਡੀਓ ਜ਼ਰੂਰ ਕਰਾਂਗੇ। ਸੋ ਚਾਰ ਪਦਾਰਥ ਵੀ ਮਿਲ ਜਾਂਦੇ ਹਨ। ਕਮਲ ਪ੍ਰਗਾਸ ਜਾਣੀ ਕਿ ਹਿਰਦੇ ਦੇ ਵਿੱਚ ਖਿੜਾਓ ਵੀ ਆ ਜਾਂਦਾ ਹੈ। ਸਭ ਕੈ ਮਦ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਵਿਚਰਦੇ ਹੋਏ ਵੀ ਸਾਰਿਆਂ ਤੋਂ ਉਪਰਾਮ ਰਹਿੰਦਾ ਹੈ, ਕਿਸੇ ਦੇ ਨਾਲ ਵੀ ਮੋਹ ਦੇ ਵਿੱਚ ਨਹੀਂ ਪੈਂਦਾ। ਆਪਾਂ ਪਿਛਲੇ ਦਿਨੀ ਮੋਹ ਦੇ ਧਾਗੇ ਦੀ ਗੱਲ ਕੀਤੀ ਸੀ ਕਿ ਕਿਸ ਪ੍ਰਕਾਰ ਆਮ ਤੌਰ ਤੇ ਉਹ ਦੋ ਤਰਫਾ ਹੁੰਦਾ ਹੈ ਕਿ ਅਸੀਂ ਕਿਸੇ ਵੀ ਇਨਸਾਨ ਜਾਂ ਵਸਤੂ ਨੂੰ ਮੋਹ ਕਰਦੇ ਹਾਂ। ਜਦ ਉਹ ਖੁੱਸ ਜਾਂਦੀ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ, ਅਸੀਂ ਝੂਰਦੇ ਹਾਂ। ਪਰ ਮੋਹ ਦਾ ਉਹ ਧਾਗਾ ਇੱਕ ਤਰਫਾ ਹੋਣਾ ਚਾਹੀਦਾ ਹੈ ਕਿ ਅਸੀਂ ਜੇਕਰ ਕੋਈ ਚੀਜ਼ ਹੈ ਵਰਤੋਂ ਦੇ ਲਈ ਬਣੀ ਹੈ, ਉਹਨੂੰ ਵਰਤੋਂ ਦੇ ਲਈ ਵਰਤੀਏ। ਜੇਕਰ ਕੋਈ ਇਨਸਾਨ ਹੈ ਉਹਦੇ ਨਾਲ ਸਾਡਾ ਰਿਸ਼ਤਾ ਨਿਭਾਉਣਾ ਸਾਡਾ ਫਰਜ਼ ਬਣਦਾ ਹੈ। ਉਹਦੇ ਨਾਲ ਪਿਆਰ ਸਹਿਤ ਪੇਸ਼ ਆਉਣਾ, ਇੱਜ਼ਤ ਦੇ ਨਾਲ ਗੱਲ ਕਰਨੀ, ਇਹ ਸਾਡੇ ਫਰਜ਼ ਬਣਦੇ ਹਨ। ਇਹ ਅਸੀਂ ਨਿਭਾਈਏ। ਪਰ ਜੇਕਰ ਉਹ ਖੁੱਸ ਜਾਵੇ ਤਾਂ ਦੁਖੀ ਨਾ ਹੋਈਏ। ਇਹਨੂੰ ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚ ਵੀ ਰਹਿੰਦੇ ਹਾਂ ਪਰ ਸਾਰਿਆਂ ਤੋਂ ਉਪਰਾਮ ਵੀ ਰਹਿੰਦੇ ਹਾਂ। ਮਾਇਆ ਦੇ ਨਾਲ ਵੀ ਇਹ ਗੱਲ ਜੋ ਹੈ ਲਾਗੂ ਹੁੰਦੀ ਹੈ। ਮਾਇਆ ਦੇ ਵਿੱਚ ਵੀ ਰਹਿੰਦੇ ਹਾਂ। ਮਾਇਆ ਵਰਤਣ ਦੇ ਲਈ ਬਣੀ ਹੈ, ਉਹਨੂੰ ਵਰਤਦੇ ਹਾਂ ਪਰ ਉਹਦੇ ਨਾਲ ਜੁੜਦੇ ਨਹੀਂ। ਜੇਕਰ ਉਹ ਖੁੱਸ ਜਾਵੇ ਜਾਂ ਘਟ ਆਵੇ, ਜ਼ਿਆਦਾ ਨਾ ਹੋਵੇ, ਤਾਂ ਵੀ ਅਸੀਂ ਦੁਖੀ ਨਹੀਂ ਹੁੰਦੇ। ਜਿੰਨੀ ਹੈ ਉਹਦੇ ਵਿੱਚ ਖੁਸ਼ ਰਹਿੰਦੇ ਹਾਂ। ਸੋ ਇਹ ਕਲਾ ਵੀ ਉਸ ਮਨੁੱਖ ਦੇ ਵਿੱਚ ਆ ਜਾਂਦੀ ਹੈ ਕਿ ਸਾਰਿਆਂ ਦੇ ਵਿੱਚ ਰਹਿੰਦੇ ਹੋਏ ਸਾਰਿਆਂ ਤੋਂ ਉਪਰਾਮ ਕਿਵੇਂ ਰਹਿਣਾ ਹੈ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਉਹ ਸੋਹਣਾ ਵੀ ਹੋ ਜਾਂਦਾ ਹੈ, ਸਿਆਣਾ ਵੀ ਹੋ ਜਾਂਦਾ ਹੈ, ਅਸਲੀਅਤ ਦਾ ਗਿਆਤਾ ਵੀ ਹੋ ਜਾਂਦਾ ਹੈ। ਤਤ ਕਾ ਬੇਤਾ ਭਾਵ ਅਸਲੀਅਤ ਦਾ ਗਿਆਤਾ, ਪ੍ਰਭੂ ਦਾ ਮਹਿਰਮ,
ਸਭ ਨੂੰ ਇੱਕੋ ਜਾਣਨ ਵਾਲਾ, ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਣ ਵਾਲਾ, ਸਮਦਰਸ਼ੀ ਏਕ ਦ੍ਰਿਸ਼ਟਿਤਾ। ਇਹ ਜੋ ਸਾਰਾ ਹੁਣ ਤੱਕ ਅਸੀਂ ਇਸ ਪਦੀ ਦੇ ਵਿੱਚ ਪੜ੍ਹਿਆ ਹੈ, ਉਹ ਫਲ ਹਨ ਜੋ ਸਾਨੂੰ ਮਿਲਦੇ ਹਨ। ਤੇ ਉਹ ਫਲ ਕਦੋਂ ਮਿਲਦੇ ਨੇ? ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਇਹ ਸਾਰੇ ਫਲ ਉਸ ਮਨੁੱਖ ਦੇ ਅੰਦਰ ਆ ਵਸਦੇ ਹਨ ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ, ਮਨ ਲਾ ਕੇ ਸੁਣਦਾ ਹੈ। ਹੁਣ ਇੱਥੇ ਇੱਕ ਗੱਲ ਜਾਣਨੀ ਬਹੁਤ ਜ਼ਰੂਰੀ ਹੈ। ਅਟਲ ਸੁਖ, ਮਨ ਦਾ ਟਿਕਾਊ, ਗਿਆਨ, ਅਕਲ, ਸੋਹਣਾਪਣ, ਵਿਦਿਆ, ਇਹ ਸਭ ਕੁਝ ਤੇ ਹਰ ਕੋਈ ਹੀ ਲੋਚਦਾ ਹੈ ਤੇ ਇਹਨਾਂ ਦੇ ਵਿੱਚ ਕੋਈ ਵੱਡੀ ਗੁੰਝਲ ਵੀ ਨਹੀਂ। ਪਰ ਜਦੋਂ ਗੱਲ ਆ ਜਾਂਦੀ ਹੈ ਰਿੱਧੀਆਂ ਦੀ, ਸਿੱਧੀਆਂ ਦੀ, ਤਪ ਦੀ, ਜੋਗ ਦੀ, ਉੱਤਮ ਇਸ਼ਨਾਨ ਦੀ, ਇਹ ਗੱਲਾਂ ਗੁਰੂ ਜੀ ਨੇ ਇਸ ਪਦੀ ਦੇ ਵਿੱਚ ਲਿਖੀਆਂ ਹਨ ਕਿਉਂਕਿ ਇਹਨਾਂ ਗੱਲਾਂ ਨੂੰ ਬਹੁਤ ਉੱਚਾ ਸਮਝਿਆ ਜਾਂਦਾ ਹੈ। ਇੱਥੇ ਜੇਕਰ ਤੀਰਥ ਇਸ਼ਨਾਨ ਨੂੰ ਉੱਤਮ ਇਸ਼ਨਾਨ ਕਿਹਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੀਰਥ ਇਸ਼ਨਾਨ ਦੂਸਰੇ ਇਸ਼ਨਾਨ ਦੇ ਨਾਲੋਂ ਕੋਈ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਗਿਆ। ਇਹ ਲਿਖਿਆ ਹੈ ਕਿਉਂਕਿ ਇਹ ਅਕਸਰ ਮੰਨਿਆ ਜਾਂਦਾ ਹੈ ਕਿ ਤੀਰਥ ਇਸ਼ਨਾਨ ਬਹੁਤ ਮਹੱਤਵਪੂਰਨ ਹੈ, ਕਿ ਤੀਰਥਾਂ ਤੇ ਇਸ਼ਨਾਨ ਕਰਕੇ ਮਨੁੱਖ ਪਵਿੱਤਰ ਹੋ ਜਾਂਦਾ ਹੈ। ਸੋ ਉਹ ਪਵਿੱਤਰਤਾ ਜੋ ਮਨੁੱਖ ਸੋਚਦਾ ਹੈ ਕਿ ਤੀਰਥ ਇਸ਼ਨਾਨ ਤੋਂ ਮਿਲਣੀ ਹੈ, ਗੁਰੂ ਜੀ ਕਹਿੰਦੇ ਕਿ ਉਹ ਤੁਸੀਂ ਗੁਰੂ ਦੇ ਬਚਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਓ, ਪ੍ਰਮਾਤਮਾ ਦਾ ਨਾਮ ਆਪਣੇ ਮੁਖ ਤੋਂ ਉਚਾਰੋ, ਪ੍ਰਮਾਤਮਾ ਦੇ ਨਾਲ ਸਾਂਝ ਆਪਣੇ ਮਨ ਦੇ ਵਿੱਚ ਬਣਾਓ। ਉਹ ਪਵਿੱਤਰਤਾ ਤੁਹਾਨੂੰ ਉੱਥੋਂ ਹੀ ਮਿਲ ਜਾਏਗੀ। ਦੂਰ ਦਰਾਡੀਆਂ ਥਾਵਾਂ ਤੇ ਜਾ ਕੇ ਤੀਰਥ ਇਸ਼ਨਾਨ ਕਰਨ ਦੀ ਲੋੜ ਨਹੀਂ ਪੈਣੀ। ਇਸੇ ਪ੍ਰਕਾਰ ਹੀ ਜੋ ਰਿੱਧੀਆਂ ਸਿੱਧੀਆਂ ਦੀ ਗੱਲ ਹੈ, ਇਹ ਨਹੀਂ ਹੈ ਕਿ ਤੁਹਾਡੇ ਵਿੱਚ ਕਰਾਮਾਤਾਂ ਕਰਨ ਦੀ ਕੋਈ ਤਾਕਤ ਆ ਜਾਏਗੀ। ਗੁਰਬਾਣੀ ਕਰਾਮਾਤਾਂ ਨੂੰ ਨਹੀਂ ਮੰਨਦੀ। ਲੇਕਿਨ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਸਾਂਝ ਬਣਾ ਲਈ ਤਾਂ ਜੇਕਰ ਤੁਹਾਡੇ ਮਨ ਦੇ ਵਿੱਚ ਅਜਿਹੀ ਕੋਈ ਇੱਛਾ ਹੋਵੇ ਕਿ ਮੈਂ ਕਰਾਮਾਤਾਂ ਕਰਨੀਆਂ ਸਿੱਖਣੀਆਂ ਨੇ, ਮੈਂ ਸਿੱਧੀਆਂ ਪ੍ਰਾਪਤ ਕਰਨੀਆਂ ਨੇ, ਮੈਂ ਰਿੱਧੀਆਂ ਪ੍ਰਾਪਤ ਕਰਨੀਆਂ ਨੇ, ਮੈਂ ਤਪ ਜਾਂ ਜੋਗ ਪ੍ਰਾਪਤ ਕਰਨਾ ਹੈ, ਉਹ ਇੱਛਾਵਾਂ ਸੰਪੂਰਨ ਹੋ ਜਾਂਦੀਆਂ ਨੇ। ਤੇ ਇੱਛਾਵਾਂ ਦੀ ਸੰਪੂਰਤੀ ਕੀ ਹੈ, ਇਹ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ। ਸੋ ਜੇਕਰ ਉੱਤਮ ਇਸ਼ਨਾਨ ਕਰਨਾ ਹੈ, ਗੁਰੂ ਦੇ ਬਚਨਾਂ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾਈਏ ਤਾਂ ਕਿ ਸਾਡਾ ਮਨ ਪਵਿੱਤਰ ਹੋਵੇ। ਸਰੀਰ ਤੇ ਪਾਣੀ ਨਾਲ ਨਹਾਉਣ ਨਾਲ ਪਵਿੱਤਰ ਹੋ ਹੀ ਜਾਂਦਾ ਹੈ। ਤੇ ਉਹ ਪਾਣੀ ਭਾਵੇਂ ਤੁਹਾਡੇ ਘਰ ਦਾ ਪਾਣੀ ਹੋਵੇ, ਭਾਵੇਂ ਕਿਸੇ ਵਗਦੀ ਨਹਿਰ ਦਾ ਪਾਣੀ ਹੋਵੇ, ਭਾਵੇਂ ਕਿਸੇ ਤੀਰਥ ਇਸ਼ਨਾਨ ਦੇ ਸਰੋਵਰ ਦਾ ਪਾਣੀ ਹੋਵੇ, ਪਾਣੀ ਨਾਲ ਸਰੀਰ ਨੂੰ ਧੋਵਾਂਗੇ ਤਾਂ ਸਰੀਰ ਨੇ ਤੇ ਸਾਫ਼ ਹੋ ਹੀ ਜਾਣਾ ਹੈ। ਸਾਡਾ ਸਰੀਰ ਪਾਣੀਆਂ ਦੇ ਵਿੱਚ ਵਖਰੇਵਾਂ ਨਹੀਂ ਕਰਦਾ। ਪਰ ਜੇ ਪਵਿੱਤਰ ਕਰਨਾ ਹੈ ਤਾਂ ਆਪਣੇ ਮਨ ਨੂੰ ਪਵਿੱਤਰ ਕਰੀਏ, ਜਿਹੜਾ ਪਾਣੀ ਨਾਲ ਧੋਤਿਆਂ ਪਵਿੱਤਰ ਨਹੀਂ ਹੁੰਦਾ। ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਕਿਹਾ ਹੈ ਕਿ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ। ਪਰ ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜੋ ਮਨ ਪਾਪਾਂ ਦੇ ਨਾਲ ਭਰਿਆ ਹੋਇਆ ਹੈ, ਉਹ ਪ੍ਰਮਾਤਮਾ ਦੇ ਨਾਮ ਦੇ ਪਿਆਰ ਨਾਲ ਹੀ ਧੋਤਾ ਜਾ ਸਕਦਾ ਹੈ, ਉਹਨੂੰ ਪਾਣੀ ਨਾਲ ਨਹੀਂ ਧੋਇਆ ਜਾ ਸਕਦਾ। ਕੱਪੜੇ ਗੰਦੇ ਹੋ ਗਏ ਨੇ, ਸਰੀਰ ਗੰਦਾ ਹੋ ਗਿਆ ਹੈ, ਪਾਣੀ ਨਾਲ ਧੋ ਸਕਦੇ ਹਾਂ, ਮਨ ਨੂੰ ਪਾਣੀ ਨਾਲ ਨਹੀਂ ਧੋ ਸਕਦੇ। ਸੋ ਇਸ ਗੱਲ ਨੂੰ ਸਮਝਣਾ ਕਾਫੀ ਜ਼ਰੂਰੀ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿ ਤਾ ਕੀ ਗਤ ਹੋਏ। ਜਿਹੜਾ ਵੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਜਿਹੜਾ ਕਿ ਨਿਧਾਨ ਹੈ, ਪਰਮਾਤਮਾ ਦਾ ਨਾਮ ਇੱਕ ਖਜ਼ਾਨਾ ਹੈ। ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਸਭ ਜੁਗ, ਜੁਗ ਤੋਂ ਭਾਵ ਉਮਰ, ਜ਼ਿੰਦਗੀ ਦਾ ਸਮਾਂ,
ਸਾਰੀ ਉਮਰ ਉਸ ਦੀ ਉੱਚੀ ਆਤਮਿਕ ਅਵਸਥਾ ਬਣੀ ਰਹਿੰਦੀ ਹੈ, ਸਭ ਜੁਗ ਮਹਿ ਤਾਕੀ ਗਤ ਹੋਏ। ਪਰਮਾਤਮਾ ਦੇ ਨਾਲ ਸੁਮੇਲ ਹੋਣ 'ਤੇ ਜੋ ਉੱਚੀ ਆਤਮਿਕ ਅਵਸਥਾ ਬਣਦੀ ਹੈ ਉਹ ਮੁੜ ਕੇ ਕਦੇ ਖੁੱਸਦੀ ਨਹੀਂ। ਜਿਸ ਪ੍ਰਕਾਰ ਕਿ ਛੋਟਾ ਜਿਹਾ ਬੱਚਾ ਹੀ ਸਾਈਕਲ ਚਲਾਉਣਾ ਸਿੱਖ ਲੈਂਦਾ ਹੈ, ਜਦ ਇੱਕ ਵਾਰ ਸਿੱਖ ਲਿਆ ਫਿਰ ਉਹ ਭੁੱਲਿਆ ਨਹੀਂ ਜਾਂਦਾ। ਜੇਕਰ ਕੋਈ ਹਾਦਸਾ ਹੋ ਜਾਵੇ, ਸਿਰ ਉੱਪਰ ਕੋਈ ਗਹਿਰੀ ਸੱਟ ਲੱਗ ਜਾਵੇ, ਯਾਦਾਸ਼ਤ ਹੀ ਚਲੀ ਜਾਵੇ ਤਾਂ ਗੱਲ ਵੱਖਰੀ ਹੈ। ਪਰ ਅਕਸਰ ਜਦੋਂ ਅਸੀਂ ਕੁਝ ਸਿੱਖ ਲੈਂਦੇ ਹਾਂ ਤਾਂ ਉਸ ਸਿੱਖੇ ਹੋਏ ਨੂੰ ਅਣਸਿੱਖਿਆ ਕਰਨਾ ਨਾਮੁਮਕਿਨ ਵਰਗਾ ਹੀ ਕਾਰਜ ਹੈ। ਜਦੋਂ ਬੱਚੇ ਨੇ ਸਾਈਕਲ ਚਲਾਉਣਾ ਸਿੱਖ ਲਿਆ, ਬੱਚੇ ਨੇ ਲਿਖਣਾ ਸਿੱਖ ਲਿਆ, ਬੋਲਣਾ ਸਿੱਖ ਲਿਆ, ਸੁਣਨਾ ਸਿੱਖ ਲਿਆ, ਫਿਰ ਉਹ ਸਾਰੀ ਉਮਰ ਇਹ ਜੋ ਸਿੱਖਿਆਵਾਂ ਨੇ ਉਹਦੇ ਨਾਲ ਹੀ ਰਹਿੰਦੀਆਂ ਨੇ, ਇਹਨਾਂ ਨੂੰ ਉਹ ਖਤਮ ਨਹੀਂ ਕਰ ਸਕਦਾ। ਸੋ ਉਸੇ ਪ੍ਰਕਾਰ ਹੀ ਗਤ ਦੀ ਗੱਲ ਹੈ, ਉੱਚੀ ਆਤਮਿਕ ਅਵਸਥਾ ਦੀ ਗੱਲ ਹੈ। ਜਦ ਇੱਕ ਵਾਰ ਬਣ ਗਈ ਤੇ ਫਿਰ ਅਸੀਂ ਉਹਨੂੰ ਮਿਟਾ ਨਹੀਂ ਸਕਦੇ, ਮਿਟਾਉਣਾ ਚਾਹੁੰਦੇ ਵੀ ਨਹੀਂ, ਪਰ ਜੇਕਰ ਚਾਹੀਏ ਵੀ ਤਾਂ ਵੀ ਮਿਟਾ ਨਹੀਂ ਸਕਦੇ। ਉੱਚੀ ਆਤਮਿਕ ਅਵਸਥਾ ਵਾਲੇ ਮਨੁੱਖ ਦੀ ਬਾਣੀ ਹੀ ਵੱਖਰੀ ਹੋ ਜਾਂਦੀ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਗੁਰੂ ਜੀ ਕਹਿੰਦੇ ਸਮਿਰਤੀਆਂ ਸ਼ਾਸਤਰਾਂ ਤੇ ਵੇਦਾਂ ਦੇ ਵਿੱਚ ਵੀ ਇਹੀ ਗੱਲ ਲਿਖੀ ਹੈ ਕਿ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਨਾਲ ਸਾਂਝ ਪਾ ਲਈ, ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਜਪ ਲਿਆ, ਜਿਹਦੀ ਉੱਚੀ ਆਤਮਿਕ ਅਵਸਥਾ ਬਣ ਗਈ, ਉਹਦੀ ਸਧਾਰਨ ਬੋਲੀ ਵੀ ਅਜਿਹੀ ਹੋ ਜਾਂਦੀ ਹੈ ਜਿਵੇਂ ਪ੍ਰਮਾਤਮਾ ਦੇ ਗੁਣ ਗਾ ਰਿਹਾ ਹੋਵੇ, ਜਿਵੇਂ ਕਿ ਉਹ ਹਰ ਵਕਤ ਹੀ ਨਾਮ ਦੀ ਰੌਂ ਦੇ ਵਿੱਚ ਹੋਵੇ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸ਼ਰਾਮ। ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ, ਸਾਰੀਆਂ ਹੀ ਸਿੱਖਿਆਵਾਂ ਦਾ ਨਿਚੋੜ, ਸਾਰੇ ਹੀ ਧਰਮਾਂ ਦਾ ਨਿਚੋੜ ਪ੍ਰਮਾਤਮਾ ਦਾ ਨਾਮ ਹੀ ਹੈ। ਤੇ ਇਹ ਨਾਮ ਪ੍ਰਮਾਤਮਾ ਦੇ ਭਗਤਾਂ ਦੇ ਮਨ ਵਿੱਚ ਵਿਸ਼ਰਾਮ ਕਰਦਾ ਹੈ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਜੁੜਦੇ ਹਾਂ, ਜੁੜ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਾਂ, ਸਾਡੇ ਕਰੋੜਾਂ ਪਾਪ ਮਿਟ ਜਾਂਦੇ ਨੇ ਤੇ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ, ਮੌਤ ਦੇ ਸਹਿਮ ਤੋਂ ਬਚ ਜਾਂਦਾ ਹੈ। ਹੁਣ ਜੋ ਇਹ ਕਰੋੜਾਂ ਪਾਪ ਨੇ, ਇਹ ਉਹ ਨਹੀਂ ਜੋ ਸਰੀਰਕ ਤੌਰ ਤੇ ਅਸੀਂ ਕੋਈ ਪਾਪ ਕਮਾ ਬੈਠੇ ਹਾਂ। ਉਹ ਤੇ ਸਮਾਂ ਲੰਘ ਚੁੱਕਿਆ ਹੈ, ਉਹ ਪਾਪ ਤੇ ਹੋ ਚੁੱਕਿਆ ਹੈ। ਉਸ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ। ਇਹ ਨਹੀਂ ਕਿ ਅਸੀਂ ਪਿੱਛੇ ਜਾ ਕੇ ਸਮੇਂ ਦੇ ਵਿੱਚ ਉਹਨੂੰ ਬਦਲ ਸਕੀਏ। ਇਹ ਕਰੋੜਾਂ ਪਾਪ ਉਹ ਨੇ ਜੋ ਸਾਡੇ ਮਨ ਵਿੱਚ ਵਸ ਰਹੇ ਨੇ, ਜਿਨ੍ਹਾਂ ਤੇ ਹਾਲੇ ਅਸੀਂ ਅਮਲ ਕਰਨਾ ਹੈ, ਉਹਨਾਂ ਨੂੰ ਸਰੀਰਕ ਤੌਰ ਤੇ ਅੰਜਾਮ ਦੇਣਾ ਹੈ। ਉਹ ਵਾਲੇ ਕਰੋੜਾਂ ਪਾਪ ਨੇ ਜਿਹੜੇ ਸਾਧ ਸੰਗਤ ਦੇ ਵਿੱਚ ਜਾ ਕੇ ਮਿਟ ਜਾਂਦੇ ਨੇ। ਸਾਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਸੋਚ ਜੋ ਮੈਂ ਆਪਣੇ ਮਨ ਵਿੱਚ ਵਸਾਈ ਹੋਈ ਹੈ, ਇਹ ਵਾਲੀ ਸੋਚ ਪਾਪੀ ਸੋਚ ਹੈ, ਇਹ ਵਾਲੇ ਪਾਪ ਮੈਂ ਮਨ 'ਚ ਵਸਾਏ ਨੇ, ਤੇ ਅਸੀਂ ਉਹਨਾਂ ਪਾਪਾਂ ਨੂੰ ਮਨ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਾਂ, ਖਤਮ ਕਰ ਲੈਂਦੇ ਹਾਂ। ਪਰ ਇਹ ਕਰ ਤਾਂ ਹੀ ਸਕਦੇ ਹਾਂ ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਜਿਨ੍ਹਾਂ ਦੇ ਮੱਥੇ ਉੱਤੇ ਪ੍ਰਮਾਤਮਾ ਨੇ ਨਾਮ ਦੀ ਬਖਸ਼ਿਸ਼ ਦੇ ਲੇਖ ਲਿਖੇ ਹਨ, ਜਿਨ੍ਹਾਂ ਮਨੁੱਖਾਂ ਦੇ ਲਈ ਪ੍ਰਮਾਤਮਾ ਨੇ ਖੁਦ ਨਿਰਧਾਰਤ ਕੀਤਾ ਹੈ ਕਿ ਉਹ ਮੇਰਾ ਨਾਮ ਜਪਣ, ਉਹੀ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਜਿਸ ਮਨ ਬਸੈ ਸੁਨੈ ਲਾਈ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ, ਜੋ ਪ੍ਰੀਤ ਲਾ ਕੇ, ਧਿਆਨ ਲਾ ਕੇ ਪ੍ਰਮਾਤਮਾ ਦਾ ਨਾਮ ਸੁਣਦਾ ਹੈ, ਉਸ ਜਨ ਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ। ਜਨਮ ਮਰਨ ਤਾਕਾ ਦੂਖ ਨਿਵਾਰੈ, ਦੁਰਲਭ ਦੇ ਤਤਕਾਲ ਉਧਾਰੈ। ਉਹਦਾ ਜਨਮ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ। ਇਸ ਦੁਰਲਭ ਮਨੁੱਖੇ ਸਰੀਰ ਨੂੰ ਉਹ ਉਸੇ ਵੇਲੇ ਵਿਕਾਰਾਂ ਤੋਂ ਬਚਾ ਲੈਂਦਾ ਹੈ। ਨਿਰਮਲ ਸ਼ੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।
ਉਸ ਮਨੁੱਖ ਦੀ ਸ਼ੋਭਾ ਬੇਦਾਗ ਹੋ ਜਾਂਦੀ ਹੈ, ਪਵਿੱਤਰ ਸ਼ੋਭਾ ਹਾਸਲ ਕਰ ਲੈਂਦਾ ਹੈ। ਉਹਦੀ ਬਾਣੀ ਵੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਉਸ ਇੱਕ ਪਰਮਾਤਮਾ ਦਾ ਨਾਮ ਵਸਿਆ ਰਹਿੰਦਾ ਹੈ। ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ। ਉਸ ਮਨੁੱਖ ਦੇ ਦੁੱਖ ਰੋਗ ਡਰ ਤੇ ਵਹਿਮ ਬਿਨਸ ਜਾਂਦੇ ਹਨ, ਇਹਨਾਂ ਦਾ ਨਾਸ਼ ਹੋ ਜਾਂਦਾ ਹੈ। ਉਹਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਹਦੇ ਕਰਮ ਨਿਰਮਲ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ, ਵਿਕਾਰਾਂ ਦੀ ਮੈਲ ਤੋਂ ਸਾਫ਼ ਹੋ ਜਾਂਦੇ ਹਨ। ਸਭ ਤੇ ਊਚ ਤਾਂ ਕੀ ਸ਼ੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਸਭ ਤੋਂ ਉੱਚੀ ਸ਼ੋਭਾ ਉਸ ਨੂੰ ਮਿਲਦੀ ਹੈ। ਹੇ ਨਾਨਕ, ਇਸੇ ਗੁਣ ਦੇ ਕਾਰਨ ਹੀ, ਕਿਉਂਕਿ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ, ਉਹਨੂੰ ਸਭ ਤੋਂ ਉੱਚੀ ਸ਼ੋਭਾ ਪ੍ਰਾਪਤ ਹੋ ਗਈ। ਇਸੇ ਕਾਰਨ ਹੀ ਪ੍ਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ, ਸਰਵੋਤਮ ਸੁੱਖ ਹੈ। ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਵਿਆਖਿਆ ਅੱਜ ਆਪਾਂ ਸਮਾਪਤ ਕਰ ਲਈ ਹੈ। ਅੱਜ ਜੋ ਅਸ਼ਟਪਦੀ ਆਪਾਂ ਕੀਤੀ ਹੈ, ਅਸ਼ਟਪਦੀ 24ਵੀਂ, ਉਹਦੇ ਸਾਰ ਅੰਸ਼ ਦੀ ਜੇਕਰ ਗੱਲ ਕਰੀਏ ਤਾਂ ਅੱਜ ਦੀ ਅਸ਼ਟਪਦੀ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਤੇ ਆਧਾਰਿਤ ਸੀ ਕਿ ਜਿਸ ਮਨੁੱਖ ਨੇ ਆਪਣੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾ ਲਿਆ, ਉਹਦੀ ਜ਼ਿੰਦਗੀ ਦੇ ਵਿੱਚ ਕੀ ਕੀ ਤਬਦੀਲੀਆਂ ਆ ਜਾਂਦੀਆਂ ਨੇ, ਉਹਦੀ ਮਾਨਸਿਕ ਅਵਸਥਾ ਕਿਸ ਕਿਸ ਪ੍ਰਕਾਰ ਦੀ ਹੋ ਜਾਂਦੀ ਹੈ। ਅਸੀਂ ਜਾਣਿਆ ਕਿ ਕਿਹੜੇ ਕਿਹੜੇ ਫਲ ਉਹ ਮਨੁੱਖ ਪ੍ਰਾਪਤ ਕਰ ਲੈਂਦਾ ਹੈ। ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਅਖੀਰਲੀ ਪੰਕਤੀ ਸਾਨੂੰ ਫਿਰ ਤੋਂ ਇਹ ਚੇਤੇ ਕਰਵਾਉਂਦੀ ਹੈ ਕਿ ਪ੍ਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ, ਪ੍ਰਮਾਤਮਾ ਦਾ ਨਾਮ ਸਰਬੋਤਮ ਸੁੱਖ ਹੈ। ਸੋ ਉਮੀਦ ਕਰਦੇ ਹਾਂ ਗੁਰਬਾਣੀ ਦੀ ਵਿਆਖਿਆ ਸੰਪੂਰਨ ਤੌਰ ਤੇ ਵੀ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਨੂੰ ਵੀ ਤੁਸੀਂ ਬੜੇ ਚਾਅ ਦੇ ਨਾਲ ਸੁਣਿਆ ਹੋਵੇਗਾ, ਸਮਝਿਆ ਹੋਵੇਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਸਿੱਖਿਆਵਾਂ ਨੂੰ ਲਾਗੂ ਵੀ ਕਰ ਰਹੇ ਹੋਵੋਗੇ ਤੇ ਇਹਨਾਂ ਦਾ ਨਤੀਜਾ ਵੀ ਤੁਹਾਨੂੰ ਮਿਲ ਰਿਹਾ ਹੋਵੇਗਾ। ਕਿਉਂਕਿ ਜਿਵੇਂ ਜਿਵੇਂ ਗੁਰਬਾਣੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦੇ ਜਾਂਦੇ ਹਾਂ, ਉਵੇਂ ਉਵੇਂ ਹੀ ਅਸੀਂ ਹੋਰ ਵੀ ਜ਼ਿਆਦਾ ਸੁਖੀ ਹੁੰਦੇ ਜਾਂਦੇ ਹਾਂ। ਤੇ ਇੱਥੇ ਫਿਰ ਕਹਿ ਦਈਏ ਕਿ ਜ਼ਰੂਰੀ ਨਹੀਂ ਕਿ ਇਹ ਸੁੱਖ ਸਰੀਰਕ ਹੋਣ, ਜ਼ਰੂਰੀ ਨਹੀਂ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਵੋ ਤੇ ਤੁਹਾਨੂੰ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀਆਂ ਮਿਲਣ, ਜਿਸ ਨਾਲ ਤੁਸੀਂ ਬਹੁਤ ਜ਼ਿਆਦਾ ਧਨ ਪਦਾਰਥ ਇਕੱਠਾ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਲਵੋ। ਪਰ ਜਦੋਂ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋ, ਗੁਰਬਾਣੀ ਨੂੰ ਆਪਣੇ ਮਨ ਦੇ ਵਿੱਚ ਵਸਾਇਆ, ਤਾਂ ਤੁਹਾਡੇ ਸਰੀਰਕ ਹਾਲਾਤ ਮੈਟਰ ਨਹੀਂ ਕਰਦੇ। ਫਰਕ ਨਹੀਂ ਪੈਂਦਾ ਕਿ ਤੁਹਾਡੇ ਸਰੀਰਕ ਹਾਲਾਤ ਕਿੱਦਾਂ ਦੇ ਨੇ, ਤੁਹਾਡਾ ਮਾਨਸਿਕ ਹਾਲਾਤ ਜੋ ਹੈ ਉਹ ਹਮੇਸ਼ਾ ਹੀ ਸਥਿਰਤਾ ਵਾਲਾ ਰਹਿੰਦਾ ਹੈ। ਤੁਸੀਂ ਜਿਸ ਕਿਸੇ ਵੀ ਸਥਿਤੀ ਦੇ ਵਿੱਚ ਹੋਵੋ, ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਫਸੇ ਹੋਵੋ, ਤੁਸੀਂ ਤਾਂ ਵੀ ਸੁੱਖ 'ਚ ਹੀ ਰਹਿੰਦੇ ਹੋ, ਸਥਿਰਤਾ 'ਚ ਹੀ ਰਹਿੰਦੇ ਹੋ, ਡੋਲਦੇ ਨਹੀਂ। ਸੋ ਆਓ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।